सर बाबा कौम ने तो सानू प्यारा पाकिस्तान बनाता, बना के साडी तकदीर बदलती। इस गल नूं भी 77 साल हो गए। बिल्कुल असीं अपनी तकदीर बदलने वास्ते की कीता? हम गुलाम के गुलाम ही हैं अभी तक। अंग्रेज़ का बनाया निज़ाम चल रहा जी फिर हाले तक। हर बंदा कहना कि यार साडी कौम बड़ी टैलेंटेड है, लेकिन टैलेंट कित्थे नज़र आ रहा? ਉਹਨਾਂ ਉਸੂਲਾਂ ਦੇ ਅਗਰ ਕਾਰਬੰਦ ਕੌਮ ਹੁੰਦੀ ਤੇ ਫਿਰ ਬਹੁਤ ਅੱਗੇ ਜਾਂਦੀ ਨਾ। अस्सलाम वालेकुम दोस्तों, मैं वां नईम शौकी तो तुसीं वेख रहे हो फनकारियां नेड़े होवो। अज दी फनकारी वीरे ये वा कि थोड़े दिन पहले बाबा कौम कायज़े आज़म मुहम्मद अली जिन्ना साहब की बरसी मनाई गई, जिन्हें बड़ी मेहनत नाल मुसलमानों को एक आज़ाद रियासत बनाया, सानू प्यारा पाकिस्तान बना के दिता, तो साडी तकदीर बदलती। इस गल नूं भी 77 साल लंघ गए। ਅੱਜ ਅਸੀਂ ਆਵਾਮ ਨੂੰ ਪੁੱਛਾਂਗੇ 77 ਸਾਲਾਂ ਦੇ ਵਿੱਚ ਅਸੀਂ ਆਪਣੀ ਕਿੰਨੀ ਕੁ ਤਕਦੀਰ ਬਦਲੀ ਆ ਤੇ ਅਸੀਂ ਕਿਹੜਾ ਕੰਮ ਕੀਤਾ। ਆਓ ਮੇਰੇ ਨਾਲ। ਸਰ ਕਾਇਜ਼ੇ ਆਜ਼ਮ ਮੁਹੰਮਦ ਅਲੀ ਜਿਨਾਹ ਸਾਹਿਬ ਨੇ ਪਿਆਰਾ ਪਾਕਿਸਤਾਨ ਬਣਾ ਕੇ ਤਾਂ ਸਾਡੀ ਤਕਦੀਰ ਬਦਲਤੀ। ਅਸੀਂ 77 ਸਾਲਾਂ 'ਚ ਕੀ ਕੀਤਾ ਜਰਾ ਇਹ ਦੱਸੋ। हमने 77 साल में कुछ अच्छे लोगों को मौका दिया इस मुल्क को डेवलप करने का, इसको बनाने का, और उन्होंने देखे बनाया है इस मुल्क को। थोड़ा बहुत थोड़ी इकोनॉमी में कंट्रीब्यूट किया उन्होंने। थोड़ा बहुत, इतना ज़्यादा नहीं, इतना ज़्यादा नहीं, थोड़ा बहुत ਉਹਨਾਂ ਜਿੰਨਾ ਕੁ ਆਟੇ 'ਚ ਲੂਣ ਨਹੀਂ ਪਾਈ था। हाँ, इससे भी कम कह लेंगे, इससे भी कम किया। ਕਾਇਜ਼ੇ ਆਜ਼ਮ ਸਾਹਿਬ ਨੇ ਪਿਆਰਾ ਪਾਕਿਸਤਾਨ ਬਣਾ ਕੇ ਤਾਂ ਸਾਡੀ ਤਕਦੀਰ ਬਦਲਤੀ। ਅਸੀਂ 77 ਸਾਲਾਂ 'ਚ ਕੀ ਕੀਤਾ? 17 ਸਾਲ 'ਚ ਇਹ ਕੀਤਾ ਕਿ ਸਿਆਸਤਦਾਨਾਂ ਨੇ ਆਪਣੀ ਤਕਦੀਰ ਬਦਲ ਲਈ ਤੇ ਸਾਡੀ ਵੀ ਤਕਦੀਰ ਬਦਲ ਲਈ ਉਹਨਾਂ ਨੇ। ਸਾਡੀ ਤਕਦੀਰ ਆਪਣੇ ਹਿਸਾਬ ਨਾਲ ਬਦਲੀ ਹੈ, ਉਹਨਾਂ ਦੀ ਤਕਦੀਰ ਆਪਣੇ ਹਿਸਾਬ ਨਾਲ ਬਦਲੀ ਹੈ। ਯਾਨੀ ਇਹ ਦੋਵੇਂ ਤਕਦੀਰਾਂ 'ਚ ਫਰਕ ਆ। ਫਰਕ ਆ ਉਹਨਾਂ ਦੀ ਇਹ 20 ਵਿੱਚ ਪੂਰਾ ਹੋ ਗਿਆ, ਸਾਡੇ 20 ਥੱਲੇ ਹੋ ਗਏ, ਉਹਨਾਂ ਦੇ ਉੱਤੇ ਹੋ ਗਿਆ, ਪਰ ਤੇ ਨਹੀਂ ਹੈ। ਯਾਨੀ ਤਕਦੀਰ ਵੀ ਉੱਤੇ ਥੱਲੇ ਚੱਲ ਰਹੀ ਹੈ। ਚੱਲ ਰਹੀ ਹੈ ਤੇ ਨਜ਼ਰ ਨਹੀਂ ਆ ਰਹੀ, ਸਾਰਿਆਂ ਨੂੰ ਨਜ਼ਰ ਆ ਰਹੀ ਹੈ। ਹੁਣ ਇੱਥੋਂ ਮਰੀਮ ਨਵਾਜ਼ ਗੁਜ਼ਰੀ ਹੈ, ਸਾਰਿਆਂ ਨੂੰ ਨਜ਼ਰ ਆਈ ਹੈ, 10 ਮਿੰਟ ਪਹਿਲੇ ਗੁਜ਼ਰੀ ਹੈ, ਤੇ ਅਸੀਂ ਵੀ ਬੈਠੇ ਹਾਂ, ਅਸੀਂ ਵੀ ਸਾਰਿਆਂ ਨੂੰ ਨਜ਼ਰ ਆ ਰਹੇ ਹਾਂ। ਫਰਕ ਤੇ ਆਪਣਾ ਆਪਣਾ ਨਜ਼ਰ ਆ ਰਿਹਾ ਨਾ ਹਰ ਇੱਕ ਨੂੰ। ਸਰ ਕਾਇਜ਼ੇ ਆਜ਼ਮ ਮੁਹੰਮਦ ਅਲੀ ਜਿਨਾਹ ਸਾਹਿਬ ਨੇ ਪਿਆਰਾ ਪਾਕਿਸਤਾਨ ਬਣਾ ਕੇ ਤਾਂ ਸਾਡੀ ਤਕਦੀਰ ਬਦਲਤੀ। ਅਸੀਂ 77 ਸਾਲਾਂ 'ਚ ਆਪਣੀ ਕਿੰਨੀ ਕੁ ਤਕਦੀਰ ਬਦਲੀ? ਹਲੇ ਰਹਿੰਦੀ ਆ ਟਾਈਮ, ਹਾਂ ਹਲੇ ਟਾਈਮ ਬਾਕੀ ਹੈ। ਹਾਲੇ ਤਕਦੀਰ ਬਦਲਣ 'ਚ ਟਾਈਮ ਹੈ ਤੁਹਾਡੇ ਹਿਸਾਬ ਨਾਲ? ਤਕਰੀਬਨ ਕੋਈ ਇੰਨਾ ਕੁ ਟਾਈਮ ਹੋਰ ਚਾਹੀਦਾ। 77 ਸਾਲ ਹੋਰ ਚਾਹੀਦੀ। ਏਡੀ ਲੇਟ ਤਕਦੀਰ ਬਦਲੇਗੀ ਸਾਡੀ? ਕਿਉਂ ਇਹ ਨਸਲ ਜਿਹੜੀ ਪੈਦਾ ਹੋ ਚੁੱਕੀ ਨਾ, ਇੱਕ ਵਾਰੀ ਖਤਮ ਹੋਊਗੀ, ਅਗਲੀ ਆਊਗੀ ਸ਼ਾਇਦ ਇਨਸ਼ਾਅੱਲਾ। ਸਰ ਬਾਬਾ ਕੌਮ ਨੇ ਪਿਆਰਾ ਪਾਕਿਸਤਾਨ ਬਣਾ ਕੇ ਤਾਂ ਸਾਡੀ ਤਕਦੀਰ ਬਦਲਤੀ। ਅਸੀਂ 77 ਸਾਲਾਂ 'ਚ ਆਪਣੀ ਤਕਦੀਰ ਬਦਲਣ ਵਾਸਤੇ ਕਿੰਨੀ ਕੁ ਐਫਰਟ ਕੀਤੀ? ਸਰ ਜੋ ਮੌਜੂਦਾ ਹਾਲਾਤ ਨੇ ਉਹਦੇ ਮੁਤਾਬਕ ਤੇ ਸਾਡੀ ਕੋਈ ਐਫਰਟ ਨਹੀਂ ਹੈਗੀ। ਜਿਹੜੀ ਐਫਰਟ ਸਾਡੇ ਬਜ਼ੁਰਗਾਂ ਨੇ ਕਰ ਦਿੱਤੀ ਮਾਈਗ੍ਰੇਸ਼ਨ 'ਚ, ਜਾਂ ਕਾਇਦੇ ਆਜ਼ਮ ਜਾਂ ਸਾਡੇ ਅਕਾਬਰੀਨ ਨੇ ਉਹੀ ਮਿਹਨਤ ਕੀਤੀ ਹੋਈ ਹੈ ਹੁਣ ਤੱਕ। ਉਸ ਤੋਂ ਇਲਾਵਾ ਤਾਂ ਸਾਡੀ ਕੋਈ ਮਿਹਨਤ ਜਿਹੜੀ ਸਾਹਮਣੇ ਨਜ਼ਰ ਨਹੀਂ ਆਈ ਹੈਗੀ। ਯਾਨੀ ਤੁਹਾਨੂੰ ਲੱਗਦਾ ਕਿ ਗੱਲ ਉੱਥੇ ਦੀ ਉੱਥੇ ਖਲੋਤੀ, ਅੱਗੇ ਪਿੱਛੇ ਨਹੀਂ ਹੋਈ? ਨਹੀਂ, ਬਹੁਤ ਪਿੱਛੇ ਚਲੀ ਗਈ। ਬਲਕਿ ਜਿਸ ਤਰ੍ਹਾਂ ਪਾਕਿਸਤਾਨ ਥੋੜਾ 60 ਤੱਕ ਜਾਂ 70 ਤੱਕ ਥੋੜਾ ਬਿਹਤਰ ਗਿਆ, ਜਿਹੜਾ ਕਾਫੀ ਸਾਰਾ, ਉਹ ਦੁਬਾਰਾ ਤੋਂ ਪਿੱਛੇ ਚਲਾ ਗਿਆ। ਔਰ ਜੋ ਮਾਈਗ੍ਰੇਸ਼ਨ 'ਚ ਸ਼ਾਇਦ ਇੰਨੇ ਬੁਰੇ ਹਾਲਾਤ ਨਹੀਂ ਹੋਣਗੇ ਜਦੋਂ ਕਿ ਜਿਹੜੇ ਪਨਾਹ ਗਜ਼ੀਨ ਸੀ ਉਹਨਾਂ ਦੀ ਮਤਲਬ ਸੈਟਲਮੈਂਟ ਕੇ, ਔਰ ਬਹੁਤ ਸਾਰੇ ਮਸਾਇਲ ਸੀ। ਹੁਣ ਉਹ ਮਸਾਇਲ ਤੇ ਨਹੀਂ ਹੈਗੇ, ਲੇਕਿਨ ਉਸ ਤੋਂ ਵੀ ਜ਼ਿਆਦਾ ਬੁਰੇ ਹਾਲਾਤ ਹੋ ਗਏ, ਉਹ ਤਾਂ ਭੈੜੇ ਹੋ ਗਏ, ਬਹੁਤ ਭੈੜੇ ਹੋ ਗਏ। ਉਦੋਂ ਹਾਲਾਤ ਜਿੱਤੇ ਬਾਬਾ ਜੀ ਨੇ ਹਾਲਾਤ ਛੱਡੇ ਸਨ ਬਹੁਤ ਵਧੀਆ ਸੀ। ਉਹਨਾਂ ਨੇ ਇੱਕ ਆਜ਼ਾਦ ਰਿਆਸਤ ਬਣਾਈ ਸਾਡੇ ਵਾਸਤੇ, ਜੀ ਬਿਲਕੁਲ, ਮੁਸਲਮਾਨਾਂ ਵਾਸਤੇ ਇੱਕ ਆਪਣਾ ਮੁਲਕ ਬਣਾਇਆ। ਜੀ ਬਿਲਕੁਲ ਇਸ ਤਰ੍ਹਾਂ ਹੀ ਹੈ ਜੀ, ਬਿਲਕੁਲ ਇਸ ਤਰ੍ਹਾਂ ਹੀ ਹੈ। ਲੇਕਿਨ ਉਹਨਾਂ ਨੇ ਤੇ ਇੱਕ ਦੇਖੋ ਨਾ ਚੀਜ਼ ਬਣਾ ਕੇ ਦੇ ਦਿੱਤੀ ਕਿ ਤੁਸੀਂ ਇੱਕ ਪੌਦਾ ਲਾਇਆ ਕਿ ਤੁਸੀਂ ਇਹਦੀ ਡਿਵੈਲਪਮੈਂਟ ਕਰਨੀ। ਕੁਝ ਉਹਨਾਂ ਨੇ ਉਸੂਲ ਦੱਸ ਦਿੱਤੇ, ਜਿਸ ਤਰ੍ਹਾਂ ਇਮਾਨਦਾਰੀ ਦੇ, ਕੰਮ ਦੇ, ਮਿਹਨਤ ਦੇ। ਲੇਕਿਨ ਉਹਨਾਂ ਉਸੂਲਾਂ ਦੇ ਅਗਰ ਕਾਰਬੰਦ ਕੌਮ ਹੁੰਦੀ ਤੇ ਫਿਰ ਬਹੁਤ ਅੱਗੇ ਜਾਂਦੀ ਨਾ। ਜਦੋਂ ਅਸੀਂ ਕਾਰਬੰਦ ਨਹੀਂ ਹੋਏ, ਕਰਪਸ਼ਨ, ਹੋਰ ਚੀਜ਼ਾਂ ਦੂਸਰੀਆਂ ਜਿਹੜੀਆਂ ਇਨਵੋਲਵ ਹੋ ਗਈਆਂ ਸਾਡੀਆਂ। ਇੱਕ ਤੇ ਬਹਿਸੀਅਤ ਕੌਮ ਸਾਡੇ 'ਚ ਕੰਮ ਕਰਨ ਦੀ ਇੱਕ ਸਾਡੀ ਆਦਤ ਹੀ ਨਹੀਂ। ਦੂਸਰਾ ਵਿਹਲੇ ਬਹੁਤ ਆ, ਵਿਹਲੇ ਮਹੱਲੇ 'ਚ ਜਿਹਨੂੰ ਵੇਖੋ ਹਰ ਚੌਂਕ ਦੇ ਵਿੱਚ 8-10 ਮੁੰਡੇ ਵਿਹਲੇ। ਮੁੰਡੇ ਨੂੰ ਮੈਂ ਕਿਹਾ ਕੀ ਕਰਨਾ, ਕਹਿੰਦਾ ਸ਼ੌਕੀ ਭਾਈ ਵਿਹਲਾ। ਮੈਂ ਕਿਹਾ ਕੰਮ ਨਾ ਛੱਡੀ ਤੇ ਨਹੀਂ ਲੱਭਦਾ। ਨਹੀਂ, ਬਿਲਕੁਲ ਸਹੀ ਗੱਲ ਤੁਹਾਡੀ। ਪਹਿਲੇ ਵੀ ਸਾਡਾ ਇਹੀ ਸਿਸਟਮ ਹੈ ਨਾ, ਜ਼ਿਮੀਂਦਾਰ ਘਰਾਣੇ ਜਾਂ ਜੋ ਵੀ, ਇੱਕ ਬੰਦਾ ਕਮਾ ਰਿਹਾ 10 ਲੋਕ ਖਾ ਰਹੇ, ਇੱਕ ਇਹ ਵੀ ਵਜ੍ਹਾ ਸੀ। ਦੂਸਰਾ ਬਦਦਿਆਨਤੀ, ਉਹ ਕੰਮ ਦੇ ਵਿੱਚ ਵੀ ਬਹਿਸੀਅਤ ਕੌਮ ਵੀ ਬਦਦਿਆਨਤੀ। ਤੁਸੀਂ ਅੰਬ ਕਿਲੋ ਲੈ ਆਓ, 4 ਅੰਬ ਚੜ੍ਹਦੇ, 3 ਠੀਕ ਨੇ, ਚੌਥਾ ਜਿਹੜਾ ਉਹ ਗਲਿਆ ਹੀ ਨਿਕਲਦਾ ਘਰ। ਅੱਛਾ, ਇਹ ਗੱਲ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਕਿ ਇੱਕ ਜਗ੍ਹਾ ਤੇ 3 ਰੇੜੀਆਂ ਲੱਗੀਆਂ ਤੇ ਰੇਟ ਕੱਲੇ ਉਹਨਾਂ ਦੇ ਆਪਣੇ ਨੇ। ਨਹੀਂ, ਰੇਟ ਤੇ ਚਲੋ ਦੇਖੋ ਜੀ, ਚੀਜ਼ ਦੇ ਮੁਤਾਬਕ ਮੁਖਤਲਿਫ ਹੋ ਸਕਦਾ ਕਿ ਕਿਸੇ ਦੀ ਚੰਗੀ ਚੀਜ਼ ਹੋ ਸਕਦੀ, ਕਿਸੇ ਦੀ ਥੋੜੀ ਕਮ ਹੈ, ਐਵਰੇਜ ਹੈ, ਜ਼ਿਆਦਾ ਅੱਛੀ ਹੈ। ਲੇਕਿਨ ਉਸ ਤੋਂ ਇਲਾਵਾ ਵੀ ਉਹ ਕਦੀ ਬਾਜ਼ ਨਹੀਂ ਆਉਂਦੇ। ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਉਹ ਇੱਕ ਅੰਬ ਵਿੱਚ ਖਰਾਬ ਹੀ ਪਾਣਗੇ ਤੁਹਾਡਾ। ਉਤੋਂ ਜਿਸ ਤਰ੍ਹਾਂ ਰੰਗ ਦਾ ਫਰੂਟ ਹੋਵੇ ਉਸੇ ਰੰਗ ਦੀ ਲਾਈਟ ਲਾਈ, ਘਰ ਜਾ ਕੇ ਪਤਾ ਲੱਗਦਾ ਜਾਂ ਪੌਂ 12 ਜਾਂ 3 ਕਾਣੇ। ਨਹੀਂ, ਇਹ ਨਹੀਂ ਗੱਲ ਸਰ। ਬੇਸਿਕਲੀ ਉਹ ਜਦੋਂ ਚੁੱਕਦੇ ਨਾ, ਉਹਨੂੰ ਆਪਣੇ ਹੱਥ ਦੇ ਵਿੱਚ ਰੱਖਦੇ ਜਿੱਥੋਂ ਗਲਿਆ ਹੋਇਆ ਹੁੰਦਾ, ਦੂਸਰੀ ਤਰਫ ਦਿਖਾ ਰਹੇ ਨੇ। ਇਸੇ ਤਰ੍ਹਾਂ ਹੀ ਕੱਪੜੇ ਵਾਲਾ ਕਰਦਾ ਕਿ ਜਿੱਥੇ ਟੁੱਕ ਲੱਗੀ ਆ ਉਹਨੂੰ ਆਪਣੇ ਹੱਥ 'ਚ ਰੱਖਦਾ, ਉਹ ਤੁਹਾਨੂੰ ਦਿਖਾ ਦੇਗਾ ਕਿ ਇਹ ਠੀਕ ਹੈ। ਬਾਅਦ ਤੁਸੀਂ ਮੁੜਨ ਜਾਓਗੇ, ਉਹ ਕਹਿਣਗੇ ਮੈਂ ਤੁਹਾਨੂੰ ਦਿਖਾ ਕੇ ਦਿੱਤਾ। ਸਰ ਬਾਬਾ ਕੌਮ ਨੇ ਤਾਂ ਸਾਨੂੰ ਪਿਆਰਾ ਪਾਕਿਸਤਾਨ ਬਣਾਤਾ,
ਬਣਾ ਕੇ ਸਾਡੀ ਤਕਦੀਰ ਬਦਲਦੀ। ਇਸ ਗੱਲ ਨੂੰ ਵੀ 77 ਸਾਲ ਹੋ ਗਏ। ਬਿਲਕੁਲ। ਅਸੀਂ ਆਪਣੀ ਤਕਦੀਰ ਬਦਲਣ ਵਾਸਤੇ ਕੀ ਕੀਤਾ? ਸਰ ਅਸੀਂ ਦਰਅਸਲ ਜ਼ਿਆਦਾ ਤੋਂ ਜ਼ਿਆਦਾ ਅਸੀਂ ਜਿਹੜਾ ਸ਼ੋਅ ਹਾਸਲ ਕੀਤਾ, ਉਹਨਾਂ ਦੀ ਪੋਇਟਰੀ ਵਗੈਰਾ ਸੁਣੀ, ਜੋ ਵੀ ਹੈ ਨੋਰਮਲੀ ਉਹਨਾਂ ਦੇ ਅਸੀਂ ਨਕਸ਼ੇ ਕਦਮ ਤੇ ਚੱਲੇ। ਸਾਰੇ ਸਾਡੇ ਵਾਸਤੇ ਰਹਿਨੁਮਾਈ ਹੈ ਬੇਸਿਕਲੀ, ਕਿ ਅਸੀਂ ਉਹਨਾਂ ਦੇ ਅੱਗੋਂ ਕਦਮ ਤੇ ਚੱਲ ਕੇ ਉਹਨਾਂ ਦੀ ਆਈਡੀਓਲੋਜੀ ਨੂੰ ਮੰਨ ਕੇ ਅੱਗੇ ਜਾਵਾਂਗੇ ਤਾਂ ਜ਼ਾਹਿਰ ਗੱਲ ਅਸੀਂ ਕਾਮਯਾਬੀ ਹਾਸਲ ਕਰਾਂਗੇ। ਇਹੀ ਕਹਿਣਾ ਚਾਹਾਂਗਾ ਮੈਂ। ਬਹੁਤ ਥੈਂਕ ਯੂ। अस्सलाम वालेकुम सर। ਵਾਲੇਕੁਮ ਸਲਾਮ ਸਰ। ਸਰ ਬਾਬਾ ਕੌਮ ਨੇ ਤਾਂ ਪਿਆਰਾ ਪਾਕਿਸਤਾਨ ਬਣਾ ਕੇ ਤਾਂ ਸਾਡੀ ਤਕਦੀਰ ਬਦਲਦੀ। ਹਾਂਜੀ। ਅਸੀਂ 77 ਸਾਲਾਂ 'ਚ ਆਪਣੀ ਤਕਦੀਰ ਬਦਲਣ ਵਾਸਤੇ ਕਿੰਨੀ ਕੁ ਐਫਰਟ ਕੀਤੀ? ਅਸਲ 'ਚ ਬੇਸਿਕਲੀ ਐਫਰਟ ਤੇ ਹਰ ਦੌਰ 'ਚ ਹੋ ਰਹੀ ਹੈ, ਲੇਕਿਨ ਐਫਰਟ ਹੋ ਇਸ ਤਰ੍ਹਾਂ ਰਹੀ ਹੈ ਕਿ ਐਫਰਟ ਨਜ਼ਰ ਨਹੀਂ ਆਉਂਦੀ। ਮਤਲਬ ਅਗਰ ਕੋਈ ਯਾਨੀ ਜਾਦੂ ਵਾਲੀ ਐਫਰਟ ਹੈ? ਨਹੀਂ ਜਾਦੂ ਵਾਲੀ ਐਫਰਟ ਨਹੀਂ, ਤੁਸੀਂ ਐਵੇਂ ਨਾ ਕਹਿ ਦਵੋ। ਐਫਰਟ ਹੋ ਰਹੀ ਹੈ, ਲੇਕਿਨ ਜਾਂ ਸਾਡਾ ਮਤਲਬ ਕਮੇ ਲੋਕ ਸਾਰਾ ਸਿਸਟਮ ਇਸ ਤਰ੍ਹਾਂ ਕਿ ਐਫਰਟ ਨਜ਼ਰ ਵੀ ਨਹੀਂ ਆਉਂਦੀ। ਹਰ ਬੰਦਾ ਕਹਿੰਦਾ ਕਿ ਯਾਰ ਸਾਡੀ ਕੌਮ ਬੜੀ ਟੈਲੈਂਟਡ ਹੈ, ਲੇਕਿਨ ਟੈਲੈਂਟ ਕਿੱਥੇ ਨਜ਼ਰ ਆ ਰਿਹਾ? ਇਸ ਬੇਸਿਕਲੀ ਇੱਕ ਸਿਸਟਮ ਜਿਹੜਾ ਨਾ ਉਹਦੇ ਕੋਈ ਵੇਖਿਆ ਜਾਵੇ ਕੋਈ ਏਡਾ ਖਾਸ ਅੱਛਾ ਨਹੀਂ ਜਿਹਦੀ ਵਜ੍ਹਾ ਤੋਂ ਉਹ ਟੈਲੈਂਟ ਜਾਂ ਮਿਹਨਤ ਨਜ਼ਰ ਨਹੀਂ ਆਉਂਦੀ ਹੈ। ਬਾਕੀ ਮਿਹਨਤ ਖੈਰ ਹੋ ਰਹੀ ਹੈ, ਸਾਰਾ ਸਿਸਟਮ ਚੱਲ ਰਹੇ ਨੇ ਮਾਸ਼ਾਅੱਲਾ। ਇਹ ਤਾਂ ਸਿਸਟਮ ਹੋ ਸ਼ੁਕਰ ਰਿਹਾ। ਆ। ਹਾਂਜੀ ਸਿਸਟਮ ਤਾਂ ਅਲਹਮਦੁਲਿਲਾ ਸ਼ੁਕਰ ਕਰਨਾ ਚਾਹੀਦਾ। ਬਿਲਕੁਲ। ਲੇਕਿਨ ਇਹ ਗੱਲ ਨੂੰ ਤੁਸੀਂ ਮੰਨਦੇ ਹੋ ਕਿ ਜਿੱਥੇ ਬਾਬਾ ਜੀ ਨਿਜ਼ਾਮ ਛੱਡ ਕੇ ਗਏ ਸਨ ਉੱਥੇ ਹੀ ਆ, ਉਸ ਤੋਂ ਅੱਗੇ ਪਿੱਛੇ ਨਹੀਂ, ਨਹੀਂ? ਇਹ ਖੈਰ ਤੇ ਹਰ ਬੰਦਾ ਕਹੇਗਾ ਉੱਥੇ ਸਿਸਟਮ ਉੱਥੇ ਨਹੀਂ ਹੈ। ਜੇ ਉੱਥੇ ਹੁੰਦਾ ਤੇ ਪਾਕਿਸਤਾਨ ਕਿੱਥੇ ਹੁੰਦਾ? ਇੱਕ ਟਾਈਮ ਸੀ ਜਦੋਂ ਪਾਕਿਸਤਾਨ ਬਣਿਆ ਸੀ ਤੇ ਮਤਲਬ ਅਸੀਂ ਵੱਡਿਆਂ ਤੋਂ ਸੁਣੀਦਾ ਕਿ ਇੰਡੀਆ ਦੀ ਕਰੰਸੀ ਪਾਕਿਸਤਾਨ ਤੋਂ ਹੌਲੀ ਸੀ, ਲੇਕਿਨ ਹੁਣ ਇੰਡੀਆ ਕਿੱਥੇ ਵੇ? ਦੁਨੀਆ ਦੀ ਇਕਨੋਮੀ ਤੋਂ ਕੋਈ 5ਵੇਂ-6ਵੇਂ ਨੰਬਰ ਤੇ ਚੱਲ ਰਿਹਾ ਤੇ ਪਾਕਿਸਤਾਨ ਕਿੱਥੇ ਵੇ? ਉਸ ਟੌਪ ਲਿਸਟ ਦੇ ਵਿੱਚ ਨਜ਼ਰ ਹੀ ਨਹੀਂ ਆਏਗਾ। ਆ ਵੇਖੋ ਨਾ ਤੁਸੀਂ, ਅਰਸ਼ਦ ਨਦੀਮ ਸਾਹਿਬ ਵਰਗੇ ਹੀਰੋ ਨਿਕਲੇ ਜਿਨ੍ਹਾਂ ਨੇ ਨੇਜ਼ਾ ਸੁੱਟ ਕੇ ਪੂਰੀ ਦੁਨੀਆ 'ਚ ਆਪਣਾ ਨਾਮ ਬਣਾ ਲਿਆ। ਹਾਂਜੀ ਬਿਲਕੁਲ। ਇੰਜ ਦੇ ਹੀਰੋ ਨਿਕਲਦੇ ਰਹਿਣੇ ਚਾਹੀਦੇ ਆ। ਬਿਲਕੁਲ ਨਿਕਲਦੇ ਰਹਿਣੇ ਚਾਹੀਦੇ ਕੀ ਨੇ, ਆਂਦੇ? ਲੇਕਿਨ ਉਹਨਾਂ ਨੂੰ ਸਪੋਰਟ ਚਾਹੀਦੀ ਹੈ। ਹਰ ਕੰਮ 'ਚ ਸਪੋਰਟ ਜ਼ਰੂਰੀ ਹੈ। ਸਪੋਰਟ ਜ਼ਰੂਰੀ ਹੈ, ਲੇਕਿਨ ਮਿਹਨਤ ਵੀ ਬਹੁਤ ਜ਼ਰੂਰੀ ਹੈ। ਅਜੇ ਮਤਲਬ ਕੋਈ ਹਰ ਲਾਜ਼ਮੀ ਨਹੀਂ ਹੈ ਕਿ ਪਹਿਲਾਂ ਸਪੋਰਟ ਦਿੱਤੀ ਜਾਵੇ ਫਿਰ ਮਤਲਬ ਕੋਈ ਰਿਜ਼ਲਟ ਨਿਕਲਦਾ ਆਵੇ। ਇਹਦਾ ਤਰੀਕਾ ਕਰ ਰਿਹਾ ਹੈ ਕਿ ਜੰਜ ਅਰਸ਼ਦ ਨਦੀਮ ਸਾਹਿਬ ਨੇ ਉਹਨਾਂ ਨੇ ਨਿਜ਼ਾਮ ਸੱਠਿਆ ਉਹਨਾਂ ਮਿਹਨਤ ਕੀਤੀ ਹੈ। ਪੂਰੀ ਕੌਮ ਨੂੰ ਪਤਾ ਹੈ ਕਿ ਉਹਨਾਂ ਨੂੰ ਪਹਿਲੇ ਕੋਈ ਸਪੋਰਟ ਨਹੀਂ ਸੀ, ਉਹਨਾਂ ਮਿਹਨਤ ਕੀਤੀ ਹੈ। ਹੁਣ ਬਕਾਇਦਾ ਮੈਂ ਖੁਦ ਕੌਮੀ ਅਸੈਂਬਲੀ ਦਾ ਇਜਲਾਸ ਦੇਖ ਰਿਹਾ ਸੀ, ਉਹਦੇ ਵਿੱਚ ਬਕਾਇਦਾ ਉਹ ਇਸ ਚੀਜ਼ ਤੇ ਫੋਕਸ ਕਰ ਰਹੇ ਸਨ ਕਿ ਆਪਣੀ ਸਪੋਰਟਸ ਨੂੰ ਅਸੀਂ ਹੁਣ ਫੰਡ ਦੇਣਾ ਵੇ, ਫੰਡ ਰੇਜ਼ਿੰਗ ਕਰਨੀ ਹੈ ਸਪੋਰਟਸ ਵਾਸਤੇ। ਇਹਦੇ ਉੱਤੇ ਵੀ ਅਸੀਂ ਧਿਆਨ ਕਰਨਾ, ਫਿਰ ਹੀ ਸਾਡੀ ਕੌਮ ਅੱਗੇ ਜਾਏਗੀ। ਇਹਦਾ ਮਕਸਦ ਇਹ ਹੈ ਕਿ ਪਹਿਲੇ ਕੋਸ਼ਿਸ਼ ਕਰਨੀ ਪੈਂਦੀ ਹੈ, ਮਤਲਬ ਕੋਈ ਇੱਕ ਜਨਰੇਸ਼ਨ ਕੋਸ਼ਿਸ਼ ਕਰੇਗੀ, ਉਸ ਤੋਂ ਬਾਅਦ ਫਿਰ ਸਾਡੀ ਜਿਹੜੀ ਬਾਕੀ ਜਨਰੇਸ਼ਨ ਉਹਨੂੰ ਸ਼ੋਰ ਆਸਾ ਆਏਗਾ ਤੇ ਉਹ ਅੱਗੇ ਵਧੇਗੀ। ਜਾਂ ਤੁਸੀਂ ਇੱਕ ਵੇਖਦੇ ਹੋ ਕਿ ਇੱਕ ਫੈਮਿਲੀ ਉਹਦੇ ਵਿੱਚ ਇੱਕ ਬੰਦਾ ਘਰ 'ਚ ਪੜ੍ਹਦਾ ਹੋਵੇ, ਉਹ ਅੱਛੀ ਜੋਬ ਕਰਦਾ ਹੋਵੇ, ਉਸ ਤੋਂ ਬਾਅਦ ਬਾਕੀ ਜਿਹੜੀ ਨੀਚੇ ਆਉਣ ਵਾਲੀ ਉਹਦੀ ਜਨਰੇਸ਼ਨ ਹੁੰਦੀ ਹੈ ਉਹਨੂੰ ਰੋਲ ਮਾਡਲ ਵੇਖ ਕੇ ਤੇ ਫਿਰ ਉਹਦੇ ਮੁਤਾਬਕ ਉਹਦੇ ਕੋਸ਼ਿਸ਼ ਕਰਦੇ ਨੇ ਕਿ ਅਸੀਂ ਵੀ ਇਹ ਚੀਜ਼ ਕਰਾਂਗੇ, ਅਸੀਂ ਵੀ ਕਾਮਯਾਬ ਹੋਵਾਂਗੇ। ਹਾਂਜੀ ਬਸ ਫਿਰ ਫੈਮਲੀਆਂ ਬਣਦੀਆਂ ਤੇ ਹਾਂਜੀ ਕੌਮ ਬਣਦੀ ਸਾਡੀ। ਬਾਬਾ ਕੌਮ ਨੇ ਤਾਂ ਪਿਆਰਾ ਪਾਕਿਸਤਾਨ ਬਣਾ ਕੇ ਤਾਂ ਸਾਡੀ ਤਕਦੀਰ ਬਦਲਦੀ। ਅਸੀਂ ਆਪਣੀ ਤਕਦੀਰ ਬਦਲਣ ਵਾਸਤੇ 77 ਸਾਲਾਂ 'ਚ ਕੀ ਐਫਰਟ ਕੀਤੀ ਹੈ? ਕੁਛ ਵੀ ਨਹੀਂ। ਕੱਖ ਵੀ ਨਹੀਂ। ਕੋਈ ਤੁਹਾਨੂੰ ਐਫਰਟ ਨਜ਼ਰ ਨਹੀਂ ਆ ਰਹੀ? ਅੰਗਰੇਜ਼ ਦਾ ਬਣਾਇਆ ਨਿਜ਼ਾਮ ਚੱਲਦਾ ਜੀ ਹਾਲੇ ਤੱਕ। ਹਜੇ ਤੱਕ ਉਹੀ ਗੱਲਾਂ ਚੱਲ ਰਹੀਆਂ। ਬਿਲਕੁਲ। ਆਪਣੀਆਂ ਸਾਡੀਆਂ ਨਵੀਆਂ ਕੋਈ ਨਹੀਂ ਬਣੀਆਂ। ਕੋਈ ਅਸੀਂ ਐਫਰਟ ਨਹੀਂ ਕੀਤੀ, ਤੁਹਾਨੂੰ ਕੋਈ ਐਫਰਟ ਨਜ਼ਰ ਨਹੀਂ ਆ ਰਹੀ? ਐਫਰਟ ਕਰ ਵੀ ਰਹੇ ਨੇ, ਲੇਕਿਨ ਉਸ ਲੈਵਲ ਤੇ ਨਹੀਂ ਕਰ ਰਹੇ ਜਿਸ ਲੈਵਲ ਤੇ ਕਰਨੀ ਚਾਹੀਦੀ। ਤੁਹਾਡੇ ਸਾਹਮਣੇ ਇਨਫਲੇਸ਼ਨ ਵੇਖ ਲਓ, ਸਾਡੀ ਇਕਨੋਮੀ ਕਿੱਥੇ ਚਲੀ ਗਈ, ਸਾਰੇ ਮਾਮਲਾ ਤੁਹਾਡੇ ਸਾਹਮਣੇ ਨੇ। ਤਾਂ ਪਿਆਰਾ ਪਾਕਿਸਤਾਨ ਬਣਾ ਕੇ ਤਾਂ ਸਾਡੀ ਤਕਦੀਰ ਬਦਲਦੀ। जी जी बिल्कुल ऐसा ही है। ਅਸੀਂ 77 ਸਾਲਾਂ 'ਚ ਆਪਣੀ ਤਕਦੀਰ ਬਦਲਣ ਵਾਸਤੇ ਕੀ ਐਫਰਟ ਕੀਤੀ? हम अभी एफर्ट कर ही रहे हैं जी। ਅਸੀਂ ਹਲੇ ਕਰ ਰਹੇ ਹਾਂ। हाँ जी, लेकिन हमारा जो सियासी निज़ाम है ना, इसके मुतबादला हमें कोई चीज़ बेनिफिट नहीं मिल रहा। ਯਾਨੀ ਤੁਹਾਨੂੰ ਲੱਗਦਾ ਬੈਨੀਫਿਟ ਕੋਈ ਨਹੀਂ ਮਿਲ ਰਿਹਾ? बेनिफिट इससे मुराद ये है कि हम गुलाम के गुलाम ही हैं अभी तक। इस बात को अगर मोटिवेट किया मेंशन किया जाए तो हमें गुलामी से इससे आज़ादी मिले। ये जो गुलामी है, सियासी गुलामी है। ਇਹ ਜੋ ਸਿਆਸੀ ਗੁਲਾਮੀ ਹੈ, ਇਹ ਤੋਂ ਸਾਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ। हाँ, इससे ਫੇਰ ਕੋ ਗੱਲ ਬਣੂ। फिर कोई बात। ਹਾਂਜੀ, ਅਸੀਂ ਜ਼ਿਹਨੀ ਤੌਰ ਤੇ ਆਜ਼ਾਦ ਨਹੀਂ ਹੋਏ। हाँ, ज़हनी तौर पर आज़ाद नहीं है अभी ਯਾਨੀ ਸਾਡਾ ਜਿਹੜਾ ਦਿਮਾਗ ਹੈ ਉਹਦੇ ਅੰਦਰ ਹਲਕੀਆਂ ਹਲਕੀਆਂ ਜ਼ੰਜੀਰਾਂ ਨੇ। तक। बिल्कुल जी ऐसा ही है, हैं? ऐसा ही ਕੋਈ है। ਦਿਮਾਗ ਦਾ ਵਕੀਲ ਕਰੀਏ। नहीं, दिमाग का वकील करने से बेहतर ये है कि हम सियासी जो टाउट है ना हमारे, इनसे हम छुटकारा पाएँ किसी तरीके से। ਤਾਂ ਨਾਜ਼ਰੀਨ, ਕਿੱਦਾਂ ਦਾ ਲੱਗਾ ਤੁਹਾਨੂੰ ਸਾਡਾ ਅੱਜ ਦਾ ਫਨਕਾਰੀਆਂ? ਜੇ ਚੰਗਾ ਲੱਗਾ, ਨੇੜੇ ਹੋਵੋ, ਸਾਡੇ ਚੈਨਲ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਤੇ ਘੰਟੀ ਤੇ ਅੰਗੂਠਾ ਵੀ ਮਾਰਿਆ ਕਰੋ। ਇਦਾਂ ਸਾਡਾ ਹਰ ਵੀਡੀਓ ਤੁਹਾਡੇ ਤੱਕ ਪਹੁੰਚਿਆ ਕਰੂ। ਹੱਸਦੇ ਰਹੋ, ਮੁਸਕਰਾਉਂਦੇ ਰਹੋ, ਸਲਾਮਤ ਰਹੋ ਤਾਂ ਵੇਖਦੇ ਰਹੋ ਫਨਕਾਰੀਆਂ।